ਹੈਲੋ ਗਾਇਸ, ਕੀ ਹਾਲ ਚਾਲ ਹੈ। ਤੇ ਅਸੀਂ ਲੈ ਕੇ ਆ ਗਏ ਆਪਣਾ ਫਸਟ ਬਲੌਗ, ਜਿਸ ਵਿੱਚ ਅਸੀਂ ਤੁਹਾਨੂੰ 3 ਦਿਨਾਂ ਦਾ ਸਫ਼ਰ ਰਿਹਾ ਤੇ ਯਾਤਰਾ ਕਰਾਵਾਂਗੇ ਸਿੱਧ ਬਾਬਾ ਬਾਲਕ ਨਾਥ ਜੀ ਦੀ। ਤੇ ਉਸ ਵਿੱਚ ਕੋਸ਼ਿਸ਼ ਇਹੀ ਕਰਾਂਗੇ ਤੁਹਾਨੂੰ ਨਾਲ ਨਾਲ ਥੋੜ੍ਹਾ ਜਿਹਾ ਉਹਨਾਂ ਬਾਰੇ ਦੱਸਣੇ ਦੀ, ਰਸਤੇ ਵਿੱਚ ਜੋ ਵੀ ਮੰਦਰ ਆਉਂਦੇ ਆ, ਜੋ ਵੀ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਸਾਰਾ ਨਾਲ ਨਾਲ ਤੁਹਾਨੂੰ ਦੱਸਣੇ ਦੀ। ਤੇ ਅਸੀਂ ਹੁਣ ਘਰੋਂ ਤੁਰਨ ਜਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋਗੇ। ਤੇ ਚੱਲਦੇ ਦਾ ਬਹੁਤਾ ਸਮਾਂ ਤੁਹਾਡਾ ਨਾਂ ਲੈਂਦੇ ਹੋਏ ਤੇ ਇਸ ਕਰਕੇ ਤੁਹਾਨੂੰ ਮਿਲਦੇ ਹਾਂ ਵੀਡੀਓ ਦੇ ਵਿੱਚ। ਆਓ ਚੱਲੀਏ। ਜਿਸ ਵੇਲੇ ਲੋ ਜੀ ਸੰਗਤ ਜੀ, ਅਸੀਂ ਪਹੁੰਚ ਗਏ ਹਾਂ ਜਿੱਥੋਂ ਕਿ ਅਸੀਂ ਸਾਰੇ ਨੇ ਇਕੱਠੇ ਹੋ ਕੇ ਤੁਰਨਾ ਆ। ਤੇ ਲੱਗ ਪਿਆ ਥੋੜ੍ਹੇ ਜਿਹਾ ਲੇਟ ਹੀ ਹੋ ਗਏ ਆ। ਬਾਬਾ ਜੀ ਨੇ ਧੂਪ ਲਾ ਰਹੇ ਨੇ ਤੇ ਅਸੀਂ ਮੱਥਾ ਟੇਕ ਕੇ ਇੱਥੋਂ ਆਪਣੀ ਯਾਤਰਾ ਆਰੰਭ ਕਰਾਂਗੇ। ਤੇ ਤੁਸੀਂ ਸਾਡੇ ਨਾਲ ਜੁੜੇ ਰਹੋ, ਜੋ ਵੀ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਾਬਾ ਜੀ ਬਾਰੇ। ਤੇ ਰਸਤੇ ਵਿੱਚ ਜੋ ਵੀ ਮੰਦਰ ਆਉਂਦੇ ਆ ਅਸੀਂ ਉਹਨਾਂ ਬਾਰੇ ਤੁਹਾਨੂੰ ਡਿਟੇਲ ਥੋੜ੍ਹੀ ਬਹੁਤੀ ਸ਼ਾਰਟ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਪਲੀਜ਼ ਇਸ ਵੀਡੀਓ ਨੂੰ ਜਲਦੀ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਤੇ ਤੁਹਾਡੀ ਸਪੋਰਟ ਨਾਲ, ਤਾਂ ਕਿ ਅਗਲਾ ਬਲੌਗ ਵੀ ਅਸੀਂ ਵਧੀਆ ਬਣਾ ਸਕੀਏ। ਜਦੋਂ ਚਿੱਠੀਆਂ ਪਾਵੇ ਨਾਥ ਤਾਂ ਜਾਣਾ ਪੈਂਦਾ ਏ, ਜਦੋਂ ਚਿੱਠੀਆਂ ਪਾਵੇ ਨਾਥ ਤਾਂ ਜਾਣਾ ਪੈਂਦਾ ਏ, ਆਪ ਬੁਲਾਵੇ ਨਾਥ ਤਾਂ ਜਾਣਾ ਪੈਂਦਾ ਏ, ਆਪ ਬੁਲਾਵੇ ਨਾਥ ਤਾਂ ਜਾਣਾ ਪੈਂਦਾ ਏ, ਆਪ ਬੁਲਾਵੇ ਨਾਥ ਤਾਂ ਜਾਣਾ ਪੈਂਦਾ ਏ। ਉਂਝ ਤਾਂ ਐਤਵਾਰ ਨੂੰ ਰੋਟ ਚੜਾਉਂਦੇ ਆ, 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 ਉਂਝ ਤਾਂ ਐਤਵਾਰ ਨੂੰ ਰੋਟ ਚੜਾਉਂਦੇ ਆ। ਦਰਸ਼ਨ ਨਾਥ ਤੇ ਪਾਉਣ ਤਾਂ ਜਾਣਾ ਪੈਂਦਾ ਏ, ਦਰਸ਼ਨ ਨਾਥ ਤੇ ਪਾਉਣ ਤਾਂ ਜਾਣਾ ਪੈਂਦਾ ਏ, ਆਪ ਬੁਲਾਵੇ ਨਾਥ ਤਾਂ ਜਾਣਾ ਪੈਂਦਾ ਏ, ਆਪ ਬੁਲਾਵੇ ਨਾਥ ਤਾਂ ਜਾਣਾ ਪੈਂਦਾ ਏ, ਆਪ ਬੁਲਾਵੇ ਨਾਥ ਤਾਂ ਜਾਣਾ ਪੈਂਦਾ ਏ। ਜਿਸ ਨੂੰ ਪਾਉਣ ਹੈ ਆਉਂਦੀ ਪਾਉਣ ਹਾਰੀ ਦੀ, ਜਿਸ ਨੂੰ ਪਾਉਣ ਹੈ ਆਉਂਦੀ ਪਾਉਣ ਤੇ ਲੜੋਏ ਤੋਂ ਅਸੀਂ 47ਵੀਂ ਯਾਤਰਾ ਨੂੰ ਆਪਾਂ ਆਰੰਭ ਕਰਦੇ ਹੋਏ ਤੇ ਇਹਨਾਂ ਦੀ ਜੋ ਵੀ ਸੰਗਤ ਹੈ ਸਾਰੀ ਇਕੱਠੀ ਕਰਕੇ ਬਾਬਾ ਜੀ ਉਹਨਾਂ ਦੀ ਜ਼ਿੰਮੇਵਾਰੀ ਆ। ਤੇ ਬਾਬਾ ਪਰਮਜੀਤ ਸਿੰਘ ਬਾਬਾ ਜੀ ਜੋ ਕਿ ਆਪਣੀ ਦਿਲੋਂ ਚਾਹ ਨਾਲ ਆਪਣੀ ਸੇਵਾ ਨਿਭਾਉਂਦੇ ਹੋਏ ਸੰਗਤ ਨੂੰ ਇਸੇ ਤਰ੍ਹਾਂ ਜੋੜ ਕੇ ਲੈ ਕੇ ਜਾਂਦੇ ਹੋਏ। ਤੇ ਇਹਨਾਂ ਦੀ ਸੰਗਤ ਤੋਂ ਪਹਿਲਾਂ ਸਾਡੀ ਸੰਗਤ ਨੂੰ ਲੈ ਕੇ ਬਾਬਾ ਜੀ ਘੁੱਕ ਜੀ ਹੁਣੀ, ਜੋ ਕਿ ਅਫਸੋਸ ਕੇ ਸਾਡੇ ਦੁਨੀਆ ਵਿੱਚ ਨਹੀਂ ਇਸ ਵੇਲੇ ਹੈਗੇ, ਤੇ ਲੇਕਿਨ ਅਸੀਂ ਉਹਨਾਂ ਨੂੰ ਬੜਾ ਹੀ ਮਿਸ ਕਰਦੇ ਹੋਏ ਤੇ ਸੰਗਤ ਨੂੰ ਇਸੇ ਤਰ੍ਹਾਂ ਹੀ ਹਰੇਕ ਚਾਲੇ ਦੇ ਵਿੱਚ ਲੈ ਕੇ ਜਾਂਦੇ। ਸੌਣ ਦਾ ਚਾਲਾ ਆ ਜੀ, ਸੰਗਤ ਜੀ ਇਸ ਤਰ੍ਹਾਂ ਇਕੱਠੇ ਹੋ ਕੇ ਜਾਂਦੇ ਆ ਤੇ ਬੜੀ ਸ਼ਰਧਾ ਦੇ ਨਾਲ ਆਪਣਾ ਮੱਥਾ ਟੇਕ ਕੇ ਆਉਂਦੇ ਬਾਬਾ ਜੀ ਦੇ। ਜਿਸਲੇ ਨਾਥ ਮੇਰਾ ਸੁਖਣਾ ਪੂਰੀਆਂ ਕਰਦਾ, ਜਿਸਲੇ ਨਾਥ ਮੇਰਾ ਸੁਖਣਾ ਪੂਰੀਆਂ ਕਰਦਾ, ਜਿਸਲੇ ਨਾਥ ਮੇਰਾ ਸੁਖਣਾ ਪੂਰੀਆਂ ਕਰਦਾ, ਜਿਸਲੇ ਨਾਥ ਮੇਰਾ ਸੁਖਣਾ ਪੂਰੀਆਂ ਕਰਦਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਆ ਵੀ ਅਸੀਂ ਚੱਲੇ ਆ। ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਜੈਕਾਰਾ ਪਾਉਣਾ ਹਾਰੀ ਦਾ। ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਚੱਲੇ ਆ ਸਾਉਣ ਮਹੀਨੇ ਬਾਬੇ ਦੇ। ਤੇ ਆ ਆਪਣੀ ਦੱਦੀ ਆ, ਆ ਮੇਰੇ ਨਾਲ ਆਏ ਸੀ ਆਪਾਂ ਕੀ ਲੈਣ ਕੇ ਚੱਲੇ ਬਾਬੇ ਦੇ। ਉਧਰ ਚਾਹ ਵੀ ਬਣ ਚੁੱਕੀ ਆ। ਚਾਹ ਦਾ ਬਾਬਾ ਜੀ ਦੀ ਗੱਡੀ ਦੇ ਆ ਸਾਡੇ ਬਾਬਾ ਜੀ ਦੀ ਦੱਡੀ ਆ। ਉਦਾਂ ਤਾਂ ਇਹ ਐਮਪੀ ਦੀ ਦੱਦੀ ਆ, ਪਰ ਇਸ ਟਾਈਮ ਇਹ ਬਾਬਾ ਜੀ ਦੀ ਦੱਡੀ ਆ। ਦੇਖੋ ਪੂਰਾ ਮਿਰਚਾਂ ਪੂਰੀਆਂ ਰੱਖੀਆਂ ਨੇ ਆਪਾਂ। ਮਿਰਚਾਂ ਕਰਦ ਵੀ ਹੈ। ਇਹ ਬਾਉ ਚ ਖੁੱਲੀ ਬਾਬਾ ਆ। ਜੀ ਨੇ ਮਨੋਰੰਜਨ ਲਈ ਸਪੀਕਰ ਵੀ ਰੱਖੇ ਹੋਏ ਆ। ਸਪੀਕਰ ਆਜੋ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਉਂਦੇ ਆਜੋ ਜਾ ਕੇ। ਇੱਥੇ ਭੰਗ ਬੜੀ ਹੈ ਵੀ ਕਿਸੇ ਨੇ ਮੰਨਣੀ ਨਹੀਂ। ਪਹਿਲੀ ਗੱਲ ਤੇ ਇਹ ਆ ਆ ਭੌਣ ਹਾਂ ਬਰਮੀ ਬਰਮੀ ਕਹਿੰਦੇ। ਚਾਹ ਬਣੀ ਕਿ ਨਹੀਂ ਹਲੇ? ਪੱਤੀ ਰੋਕ ਕੇ ਪਾਈ ਕਿ ਠੋਕ ਕੇ ਪਾਈ? ਖੋਰੀ ਆ ਸਮਝ ਲਾ।
ਕਹਿੰਦਾ ਬਣ ਗਈ ਆ ਚਾਹ ਤੇ ਬੰਦੇ ਪੀਣ ਨੂੰ ਤਿਆਰ ਆ ਆਏ ਅੱਧੇ ਬਚੀਰ ਤੇ ਇਹਦੇ ਚ ਮਾਰ ਓਏ ਹੋਏ ਮਾਰ ਸਾਲੇ ਕੋ ਖੋਪੜੀ ਤੋੜ ਸਾਲੇ ਜਕਾਰਾ ਪਾਉਣਾ ਹਰੀ ਕਾ ਲੈ ਵੀ ਕਿਸੇ ਜਾਤੀ ਪਾਤ ਦੇ ਵਿੱਚ ਕਿਸੇ ਨੇ ਕੋਈ ਭੇਦਭਾਵ ਗੁੱਸਾ ਨਹੀਂ ਕਰਨਾ, ਕਿਸੇ ਨੇ ਕੋਈ ਭੇਦਭਾਵ ਕਰਨਾ। ਸਾਡਾ ਸਿਰਫ ਮੋਟਿਵ ਇਹੀ ਹੈ ਤੁਹਾਨੂੰ ਐਂਟਰਟੇਨਮੈਂਟ ਕਰਨਾ। ਹਾਂ अल्लाह माफ करे, बहुत मनुष्य लग रहे हो, मत करो, रहने दो, बहुत बुरे लग रहे हो। तौबा तौबा तौबा, सारा मूड खराब कर दिया। ਬਾਬਾ ਜੀ ਹੁਣੀ ਅੰਗਰੇਜ਼ੀ ਬਹੁਤ ਹੀ ਬਾਬਾ ਜੀ ਹੁਣੀ ਸੇਵਾ ਕਰਦੇ ਹੋਏ ਆ, ਜੋ ਵੀ ਆ ਸਾਰਾ ਬਾਬਾ ਜੀ ਹੁਣਾਂ ਦਾ ਹੀ ਆ। ਚੁੱਪ ਰਿਹਾ ਸਵੇਰ ਦਾ ਭੁੱਖਾ ਹੈ ਅੰਬ ਖਾ ਲਓ ਅੰਬਾਂ ਦਾ ਲੰਗਰ ਮਾਲ ਮੈਂ ਤੇਰੇ ਬਾਪ ਕੋ ਮੈਂ ਸਿਖਾ ਚੱਲ ਅੰਬਾਂ ਦਾ ਲੰਗਰ ਟੋਕਰਾ ਟੋਕਰਾ ਅੰਬਾਂ ਦਾ ਆਇਓ ਛਕੋ ਲਿਆ ਟੋਕਰਾ ਜੀ ਅਰੇ ਫਾੜਾ ਪਹਿਲਾਂ ਮੈਂ ਉਹਨਾਂ ਦੇ 300 ਦਾ ਠੇਕਾ तो कौन सा तीर मारा? ਅੰਬ ਵਾਲਾ ਸਿਸਟਮ ਹੈ 300 ਦਾ ਠੇਕਾ ਜੀ ਸੰਗ ਜੀ ਕਿਸੇ ਨੇ ਗੁੱਸਾ ਨਹੀਂ ਕਰਨਾ, ਸ਼ੁਗਲ ਮੇਲਾ ਮਾੜਾ ਮੋਟਾ ਵੀ ਜਾਣਾ ਜ਼ਰੂਰੀ ਹੈ, ਕਿਉਂਕਿ 3 ਦਿਨਾਂ ਦਾ ਸਾਡਾ ਸਫ਼ਰ ਹੈ। ਇਸ ਵਿੱਚ ਮਸਤੀ ਤੇ ਮਾਹੌਲ ਨਾ ਹੋਵੇ ਤਾਂ ਸਫ਼ਰ ਦਾ ਮਜ਼ਾ ਨਹੀਂ ਆਉਂਦਾ। ਸੰਗਤ ਜੀ ਰਸਤੇ ਵਿੱਚ ਸਾਨੂੰ ਇੱਕ ਪੀਰ ਬਾਬਾ ਜੀ ਦੀ ਜਗ੍ਹਾ ਮਿਲੀ, ਜਿੱਥੇ ਕੋਈ ਬਹੁਤ ਹੀ ਸ਼ਰਧਾ ਨਾਲ ਅਗਲੇ ਨੇ ਲੰਗਰ ਲਾਇਆ ਹੋਇਆ ਸੀ ਵੀਰਾਂ ਮੇਰਿਆਂ ਨੇ, ਤੇ ਲੰਗਰ ਵੀ ਇਹੋ ਜਿਹਾ ਸੀਗਾ ਜੀ, ਬਹੁਤ ਸਵਾਦ ਬਣਾਇਆ ਹੋਇਆ ਸੀ। ਤੇ ਜੇ ਕਹਿੰਦੇ ਹੁੰਦੇ ਸ਼ਰਧਾ ਨਾਲ ਲੰਗਰ ਲਾਇਆ ਤਾਂ ਤੇ ਸ਼ਰਧਾ ਨਾਲ ਖਾਣਾ ਵੀ ਚਾਹੀਦਾ ਆ, ਤੇ ਲੜੋਏ ਵਾਲਿਆਂ 'ਚ ਤਾਂ ਸ਼ਰਧਾ ਵੈਸੇ ਹੀ ਬਹੁਤ ਆ ਲੰਗਰ ਪੱਖੋਂ। ਤੇ ਇਹ ਤਾਂ ਹੁਣ ਦੇਖਦੇ ਆ ਕੀ ਹੁੰਦਾ, ਸ਼ਰਧਾ ਨੂੰ ਟੱਕਰ ਗਈ ਆ। ਤੇ ਅੱਗੇ ਬਸ ਸੰਗਤ ਜੀ ਹੋਰ ਤਾਂ ਹੋਣਾ ਕੀ ਸੀ, ਬਸ 7-7 8-8 ਰੋਟੀਆਂ ਖਾ ਕੇ ਸ਼ਰਧਾ ਨਾਲ ਸਾਡੇ ਵੀਰ ਉੱਠੇ ਆ ਸਾਰੇ। ਗੌਸ ਪਾਕ ਨੇ ਕਰਮ ਕਮਾਇਆ ਸਿੱਧ ਤੇ ਸੇਰਾ ਖੂਬ ਸੁਹਾਇਆ। ਸੰਗਤ ਜੀ ਬਹੁਤ ਸੋਹਣਾ ਦਰਬਾਰ ਹੈ ਜੀ, ਦੇਖੋ ਕਿੰਨੇ ਸੋਹਣੇ ਸਜਦੇ ਨੇ, ਲੰਗਰ ਪਾਣੀ ਖਾਂਦੇ ਹੋਏ ਮੇਰੇ ਵੀਰ। ਤੇ ਜੇ ਰਾਤ ਦਾ ਦੇਖੋ ਬਾਬਾ ਜੀ ਸਾਡੇ ਨੇ ਲਿੱਸੇ ਜਿਹੇ ਹੋ ਗਏ ਨੇ, ਲੱਗਦਾ ਮੈਨੂੰ ਵੀ ਕੋਈ ਪ੍ਰਸ਼ਾਦੇ ਵਾਲਾ ਵੀਰ ਆ, ਇੱਧਰ ਗੇੜੀ ਮਾਰ ਕੇ ਨਹੀਂ ਗਿਆ ਮੇਰੇ ਵੀਰਾਂ ਨੂੰ। ਇਹ ਬਾਬਾ ਜੀ ਸਾਡੇ ਵੈਸੇ ਹੀ ਥੋੜਾ ਹੀ ਰੋਟੀ ਖਾ ਗਏ ਨੇ। ਚਲੋ ਕਹਿੰਦੇ ਹੁੰਦੇ ਆ ਦਾਣੇ ਦਾਣੇ ਪੇ ਲਿਖਾ ਹੈ ਖਾਣੇ ਵਾਲੇ ਕਾ, ਜਿੰਨਾ ਕੁ ਭਾਗਾਂ 'ਚ ਸੀਗਾ ਉਹਨਾਂ ਕੁ ਯੋਗਦਾਨ ਮੇਰੇ ਵੀਰਾਂ ਪਾਇਆ। ਦੇਖੋ ਸੰਦੀਪ ਭਾਜੀ ਸਾਡੇ, ਚਲੋ ਇਹਨਾਂ ਦੀ ਤਾਂ ਸ਼ਰਧਾ ਵੈਸੇ ਹੀ ਬਹੁਤ ਹੈ, ਕਿੱਟ ਵੀ ਕੋਲੇ ਰੱਖੀ ਮੇਰੇ ਵੀਰ ਨੇ, ਮੈਨੂੰ ਲੱਗਦਾ 2-4 ਰੋਟੀਆਂ ਚਲੋ ਇਹਨਾਂ ਨੇ ਆਪਣੇ ਰਸਤੇ ਵਾਸਤੇ ਵੀ ਲੈ ਕੇ ਜਾਣੀਆਂ ਆ। ਦੁੱਖਾਂ ਦੀਆਂ ਗੱਲ ਪਈਆਂ ਤੇ ਸੰਗਤ ਜੀ ਅਸੀਂ ਆਪਣੇ ਸਫ਼ਰ ਦੀ ਅੱਗੇ ਤੋਰਦੇ ਹੋਏ ਤੇ ਅਸੀਂ ਹੁਣ ਪਹੁੰਚ ਚੱਲੇ ਹਾਂ ਬਾਬਾ ਜੀ ਪੀਰ ਨਿਗਾਹੇ ਵਾਲੀ ਸਰਕਾਰ ਦੇ। ਅਸੀਂ ਇੱਥੋਂ ਰੋਟੀ ਪਾਣੀ ਖਾ ਕੇ ਤੇ ਆਪਣਾ ਸਫ਼ਰ ਗਾਹਾਂ ਜਾਰੀ ਕਰਦੇ ਹੋਏ ਪੀਰ ਨਿਗਾਹਾ ਸੰਗਤ ਜੀ ਅਸੀਂ ਹੁਣ ਚੱਲੇ ਪੀਰ ਨਿਗਾਹੇ ਨੂੰ। ਤੇ ਉਸ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਈਏ ਸ਼ਾਰਟ ਦੇ ਵਿੱਚ। ਚਲੋ ਹਿਸਟਰੀ ਤਾਂ ਉਹਨਾਂ ਦੀ ਬਹੁਤ ਲੰਬੀ ਆ। ਪੀਰ ਨਿਗਾਹ ਬਹੁਤ ਸਮਾਂ ਪਹਿਲਾਂ ਸੰਗਤ ਜੀ ਹੋਏ ਨੇ ਇੱਕ ਨਗਾਈਆ ਜੀ, ਪੰਡਿਤ ਨਗਾਈਆ ਜੀ। ਤੇ ਨਗਾਈਆ ਜੀ ਨੂੰ ਇੱਕ ਬਿਮਾਰੀ ਨੇ ਘੇਰ ਲਿਆ ਸੀ, ਜੋ ਕਿ ਕੋਹੜ ਦੀ ਬਿਮਾਰੀ ਸੀ। ਤੇ ਉਹ ਘਰੋਂ ਤੁਰ ਪਏ ਤੇ ਰਸਤੇ ਦੇ ਵਿੱਚ ਕੁਛ ਉਹਨਾਂ ਨੂੰ ਲੋਕ ਮਿਲੇ ਜੋ ਕਿ ਵੱਡੇ ਪੀਰ ਨਿਗਾਹੇ ਤੇ ਸਜਦਾ ਸਲਾਮ ਕਰਨ ਜਾਂਦੇ ਸੀ। ਤੇ ਨਗਾਈਆ ਜੀ ਨੇ ਉਹਨਾਂ ਨੂੰ ਪੁੱਛਿਆ ਤੇ ਤੁਸੀਂ ਕਿੱਥੇ ਜਾ ਰਹੇ ਹੋ? ਉਹਨਾਂ ਨੇ ਦੱਸਿਆ ਕਿ ਅਸੀਂ ਵੱਡੇ ਪੀਰ ਨਿਗਾਹੇ ਜਾ ਰਹੇ ਹਾਂ, ਜੋ ਕਿ ਪਾਕਿਸਤਾਨ ਮੁਲਤਾਨ ਦੇ ਵਿੱਚ ਹੈ। ਸੰਗਤ ਜੀ ਜੇ ਨਿਗਾਹੇ 4 ਹੋਏ ਨੇ ਇਹ। ਪਹਿਲਾ ਪੀਰ ਨਿਗਾਹ ਵੱਡਾ ਜੋ ਪਾਕਿਸਤਾਨ ਮੁਲਤਾਨ ਦੇ ਵਿੱਚ ਹੈ, ਤੇ ਦੂਜਾ ਪੀਰ ਨਿਗਾਹ ਜੋ ਊਨਾ ਜ਼ਿਲ੍ਹਾ ਹਿਮਾਚਲ ਦੇ ਵਿੱਚ ਹੈ, ਜਿੱਥੇ ਅਸੀਂ ਸਜਦਾ ਕਰਨ ਆਏ ਹਾਂ। ਤੇ ਤੀਜਾ ਨਿਗਾਹ ਸੰਗਤ ਜੀ ਇਹ ਪੈ ਜਾਂਦਾ ਆ ਪੰਜਾਬ ਦੇ ਵਿੱਚ ਗੜੀ ਅਜੀਤ ਸਿੰਘ ਦੇ ਕੋਲ ਪਿੰਡ ਬਲੌਣੀ 'ਚ। ਤੇ ਚੌਥਾ ਨਿਗਾਹ ਹੈ ਸੰਗਤ ਜੀ ਹੈਗਾ ਇਹ ਮੋਗੇ ਵਿੱਚ ਚੌਥਾ ਨਿਗਾਹ ਹੈ। ਨਗਾਈਆ ਜੀ ਨੇ ਕੁਝ ਪੈਸੇ ਦਿੱਤੇ ਉਹਨਾਂ ਸੰਗਤਾਂ ਨੂੰ ਤੇ ਕਿਹਾ ਕਿ ਮੇਰੀ ਵੀ ਦੁਆ ਸਲਾਮ ਕਰਿਓ ਕਿ ਮੇਰੀ ਵੀ ਇਹ ਗੁਰਬਤ ਟਲ ਜਾਵੇ, ਮੇਰੇ ਵੀ ਇਹ ਕੋਹੜ ਦੀ ਬਿਮਾਰੀ ਹਟ ਜਾਵੇ। ਲੱਖ ਦਾਤਾ ਸਰਕਾਰ ਜੀ ਅੱਗੇ ਫਰਿਆਦ ਕਰਿਓ। ਤੇ ਕੁਝ ਸਮਾਂ ਹੋ ਗਿਆ ਤੇ ਦਿਨ ਬੀਤਦੇ ਗਏ ਤੇ ਇੱਕ ਦਿਨ ਨਗਾਈਆ ਜੀ ਨੂੰ ਲੱਖ ਦਾਤਾ ਜੀ ਸੁਪਨੇ ਦੇ ਵਿੱਚ ਆਏ ਤੇ ਉਹਨਾਂ ਨੂੰ ਦਰਸ਼ਨ ਦਿੱਤੇ। ਤੇ ਉਹਨਾਂ ਨੇ ਕਿਹਾ ਨਗਾਈਆ ਜੀ ਤੇ ਲਾਗੇ ਇੱਕ ਪਾਂਡਵਾਂ ਦੀ ਬਣਾਈ ਹੋਈ ਇੱਕ ਸੁਰੰਗ ਹੈ ਜੋ ਕਿ ਇਹ ਪਈ ਹੈ, ਤੂੰ ਉੱਥੇ ਜਾ ਕੇ ਸਾਫ਼ ਸਫਾਈ ਕਰ ਤੇ ਸਾਡੇ ਨਾਂ ਦਾ ਚਿਰਾਗ ਕਰ। ਤੇ ਨਗਾਈਆ ਜੀ ਨੇ ਉਹਨਾਂ ਦਾ ਹੁਕਮ ਮੰਨਿਆ ਤੇ ਇੰਝ ਹੀ ਕੀਤਾ। ਸਮਾਂ ਬੀਤਦਾ ਗਿਆ ਸੰਗਤ ਜੀ ਤੇ ਇੱਕ ਵਾਰ ਫਿਰ ਲਖਨਤਾ ਜੀ ਨੇ ਨਗਾਈਆ ਜੀ ਨੂੰ ਦਰਸ਼ਨ ਦਿੱਤੇ
ਤੇ ਉਹਨਾਂ ਨੂੰ ਕਿਹਾ ਨਗਾਈਆ ਜੀ ਇੱਕ ਲਾਗੇ ਪਿੰਡ ਦੇ ਵਿੱਚ ਇੱਕ ਜੋ ਕਿ ਤੀਵੀਂ ਆਦਮੀ ਹੈ ਜੋ ਕਿ ਆਪਣੇ ਬੱਚੇ ਦਾ ਸਜਦਾ ਸਲਾਮ ਕਰਨ ਸਾਡੇ ਵੱਡੇ ਪੀਰ ਨਗਾਏ ਜਾ ਰਹੇ ਨੇ, ਤੇ ਤੁਸੀਂ ਉੱਥੇ ਜਾਓ ਤੇ ਉਹਨਾਂ ਨੂੰ ਕਹੋ ਕਿ ਤੁਹਾਡੀ ਸੁਖਨਾ ਇਸੇ ਸੁਰੰਗ ਦੇ ਵਿੱਚ ਪੂਰੀ ਹੋ ਗਈ, ਤੁਸੀਂ ਇੱਥੇ ਆ ਕੇ ਆਪਣਾ ਦੁਆ ਸਲਾਮ ਕਰੋ ਤੇ ਨਿਆਜ਼ ਚੜਾਓ। ਤੇ ਸੰਗਤ ਜੀ ਨਗਾਈਆ ਜੀ ਨੇ ਉਹਨਾਂ ਦਾ ਹੁਕਮ ਮੰਨਿਆ ਤੇ ਗਏ, ਤੇ ਪਰ ਉਹ ਤੀਵੀਂ ਆਦਮੀ ਨੇ ਨਗਾਈਆ ਜੀ ਨੂੰ ਬੜਾ ਹੀ ਕਠੋਰ ਵਚਨ ਬੋਲੇ ਤੇ ਉਹਨਾਂ ਨੂੰ ਧੱਕੇ ਮਾਰੇ ਤੇ ਕੋੜੀ ਕਹਿ ਕੇ ਘਰੋਂ ਬਾਹਰ ਕੱਢ ਦਿੱਤਾ। ਨਗਾਈਆ ਜੀ ਬੜੇ ਦੁਖੀ ਹੋਏ ਤੇ ਆਏ ਆਪਣੇ ਇਸੇ ਸੁਰੰਗ ਦੇ ਵਿੱਚ, ਬੜਾ ਹੀ ਰੋ ਕੇ ਉਹਨਾਂ ਨੇ ਯਾਦ ਕੀਤਾ ਆਪਣੇ ਪੀਰ ਨੂੰ ਤੇ ਲੱਖ ਦੱਤਾ ਜੀ ਨੇ ਫਿਰ ਦਰਸ਼ਨ ਦਿੱਤੇ ਪੀਰ ਨੇ। ਤੇ ਲੱਖ ਦੱਤਾ ਜੀ ਨੇ ਕਿਹਾ ਨਗਾਈਆ ਜੀ ਤੁਸੀਂ ਆਪਣੀ ਪ੍ਰੀਖਿਆ 'ਚ ਪਾਸ ਹੋ ਗਏ ਆ ਤੇ ਚਲੋ ਇੱਥੇ ਇੱਕ ਨੇੜੇ ਹੀ ਛੱਪੜੀ ਹੈ ਤੇ ਉੱਥੇ ਤੁਸੀਂ ਆਪਣਾ ਇਸ਼ਨਾਨ ਕਰਕੇ ਆਓ ਤੇ ਤੁਹਾਡਾ ਇਹ ਕੋੜ ਦੂਰ ਹੋ ਜਾਏਗਾ। ਸੰਗਤ ਜੀ ਉਹ ਤੁਹਾਨੂੰ ਦੱਸ ਦਈਏ ਜਦੋਂ ਪੀਰ ਨਗਾਹੇ ਆਪਾਂ ਵੜਦੇ ਹੀ ਆ ਪਹਿਲਾਂ ਇੱਕ ਸਰੋਵਰ ਆਉਂਦਾ ਆ ਜੋ ਕਿ ਆਪਣੇ ਤਨੋ ਮਨ ਨਾਲ ਕੋਈ ਸ਼ਰਧਾ ਨਾਲ ਪੀਰ ਨੂੰ ਫਰਿਆਦ ਕਰਕੇ ਉੱਥੇ ਇਸ਼ਨਾਨ ਕਰਦਾ ਤੇ ਉਹਦੇ ਸਾਰੇ ਦੁੱਖ ਦੂਰ ਹੁੰਦੇ ਆ ਸੰਗਤ ਜੀ। ਤੇ ਲੱਖ ਦੱਤਾ ਜੀ ਨੇ ਕਿਹਾ ਨਗਾਈਆ ਜੀ ਜੋ ਕਿ ਤੁਹਾਡੇ ਪਿਛਲੇ ਜਨਮਾਂ ਦਾ ਜਿਸਦਾ ਜੋ ਕਿ ਲੇਖਾ ਜੋਖਾ ਉਹ ਹੁਣ ਪੂਰਾ ਹੋ ਗਿਆ ਆ ਕਿ ਤੁਸੀਂ ਹੁਣ ਪਾਕ ਪਵਿੱਤਰ ਹੈ ਤੇ ਤੁਸੀਂ ਸਾਡੇ ਨਾਂ ਦਾ ਚਿਰਾਗ ਜਗਾਇਆ ਕਰੋ ਤੇ ਇੱਥੇ ਇਸੇ ਦਰਬਾਰ ਤੇ ਤੁਹਾਨੂੰ ਇੱਥੇ ਮੇਲੇ ਲੱਗਿਆ ਕਰਨਗੇ, ਲੱਖਾਂ ਦੀ ਤਾਦਾਦ ਤੇ ਲੋਕੀ ਆਉਣਗੇ ਆਪਣੇ ਸੁਪਨਾ ਪੂਰੀਆਂ ਕਰਨਗੇ ਤੇ ਤੁਹਾਡੀ ਮਜ਼ਾਰ ਤੇ ਸਲਾਮ ਹੋਇਆਗਾ ਤੇ ਨਾਮ ਸਾਡਾ ਹੋਇਆ ਕਰੇਗਾ। ਤੇ ਉੱਧਰੋਂ ਸੰਗਤ ਜੀ ਜੋ ਤੀਵੀਂ ਆਦਮੀ ਨੇ ਨਗਾਈਆ ਜੀ ਨੂੰ ਬੇਇੱਜ਼ਤ ਕਰਕੇ ਘਰੋਂ ਕੱਢਿਆ ਸੀ ਤੇ ਉਹਨਾਂ ਦਾ ਬੱਚਾ ਬਹੁਤ ਹੀ ਜ਼ਿਆਦਾ ਬਿਮਾਰ ਰਹਿਣ ਲੱਗਾ, ਬਹੁਤ ਡਾਕਟਰਾਂ ਨੂੰ ਵੈਦਾਂ ਨੂੰ ਦਿਖਾਇਆ ਤੇ ਪਰ ਉਹਨਾਂ ਦਾ ਕੋਈ ਵੀ ਹੱਲ ਨਾ ਹੋਇਆ। ਤੇ ਇੱਕ ਦਿਨ ਉਹ ਦੁਖੀ ਹੋ ਕੇ ਪੀਰ ਨੂੰ ਯਾਦ ਕਰਨ ਲੱਗੇ ਤੇ ਪੀਰ ਦੀ ਆਵਾਜ਼ ਆਈ ਤੇ ਉਹਨਾਂ ਨੇ ਕਿ ਅਸੀਂ ਨਗਾਈਆ ਜੀ ਨੂੰ ਤੁਹਾਡੇ ਕੋਲ ਘੱਲਿਆ ਸੀ ਤੇ ਪਰ ਤੁਸੀਂ ਉਹਨਾਂ ਨੂੰ ਬੇਇੱਜ਼ਤ ਕੀਤਾ, ਇਹ ਤੁਹਾਡੀ ਸਜ਼ਾ ਹੈ ਤਾਂ ਤੁਹਾਡਾ ਬੱਚਾ ਬਿਮਾਰ ਹੈ। ਤੇ ਉਹਨਾਂ ਤੀਵੀਂ ਆਦਮੀ ਨੇ ਪੀਰ ਅੱਗੇ ਫਰਿਆਦ ਕੀਤੀ ਸਾਡੀ ਭੁੱਲ ਨੂੰ ਮਾफ़ ਕਰਿਓ, ਅਸੀਂ ਅਣਜਾਣ ਸੀਗੇ। ਤੇ ਪੀਰ ਨੇ ਖੁਸ਼ ਹੋ ਕੇ ਉਹਨਾਂ ਨੂੰ ਕਿਹਾ ਕਿ ਚਲੋ ਤੁਹਾਡੀ ਗਲਤੀ ਮਾफ़ ਕੀਤੀ ਲੇਕਿਨ ਤੁਸੀਂ ਆਪਣਾ ਜੋ ਵੀ ਫਰਿਆਦ ਹੈ ਆਪਣੀ ਸੁਖਨਾ ਜਾ ਕੇ ਉਸੇ ਸੁਰੰਗ ਵਿੱਚ ਪੂਰੀ ਕਰੋ। ਤੀਵੀਂ ਆਦਮੀ ਨੇ ਉਸੇ ਤਰ੍ਹਾਂ ਕੀਤੀ ਤੇ ਉਹਨਾਂ ਦੀ ਸਾਰੀ ਉਮਰ ਉੱਥੇ ਉਹਨਾਂ ਦੀ ਸੇਵਾ ਕਰਨ ਦੇ ਵਿੱਚ ਲੰਘ ਗਈ। ਤੇ ਇਸੇ ਤਰ੍ਹਾਂ ਸੰਗਤ ਜੀ ਇੱਥੇ ਪੀਰ ਨਗਾਈਆ ਜੀ ਦੇ ਨਾਂ 'ਤੇ ਹੋਇਆ ਤੇ ਜੋ ਕਿ ਇੱਥੇ ਵਿਸਾਖੀ ਵਾਲੇ ਦਿਨ ਨਗਾਈਆ ਜੀ ਦੇ ਨਾਂ ਦੇ ਚਾਦਰ ਉਹਨਾਂ ਦੇ ਪਰਿਵਾਰ ਵੱਲੋਂ ਪਹਿਲੀ ਚੜ੍ਹਦੀ ਹੈ ਤੇ ਦੂਜੀ ਚਾਦਰ ਕਮੇਟੀ ਵੱਲੋਂ ਚੜ੍ਹਦੀ ਹੈ ਤੇ ਬਾਕੀ ਫਿਰ ਬਾਕੀ ਸੰਗਤਾਂ ਦੀਆਂ ਚਾਦਰਾਂ ਚੜ੍ਹਦੀਆਂ। ਤੇ ਸੰਗਤ ਜੀ ਇਸ ਜਗ੍ਹਾ ਦੇ ਉੱਪਰ ਪੀਰ ਨਗਾਹੇ ਵਾਲੇ ਦੇ ਨਾਂ ਦੀ ਟਾਹ ਦਵਾਈ ਜਾਂਦੀ ਹੈ, ਸੱਚੀ ਸਰਬਤ ਦੇ ਨਾਂ ਦੀ ਟਾਹ ਦਵਾਈ ਜਾਂਦੀ ਹੈ। ਜੋ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਦੀਆਂ ਮਨੋਕਾਮਨਾ ਇੱਥੇ ਜ਼ਰੂਰ ਪੂਰੀਆਂ ਹੁੰਦੀਆਂ ਨੇ। ਸੰਗਤ ਜੀ ਇਹ ਹੈਗੀ 11ਵੀਂ ਵਾਲੀ ਸਰਕਾਰ ਜੀ ਦੀ ਜਗ੍ਹਾ ਜੋ ਕਿ ਜਿਸ ਵੇਲੇ ਖਵਾਜਾ ਜੀ ਦੀ ਮਹਿਫਿਲ ਲੱਗੀ ਹੋਈ ਸੀ ਲੱਖ ਦੱਤਾ ਪੀਰ ਜੀ ਮਹਿਫਿਲ 'ਚੋਂ ਉੱਠ ਕੇ ਬਾਹਰ ਚਲੇ ਗਏ ਸੀ ਤੇ ਲੱਖ ਦੱਤਾ ਜੀ ਪੀਰ ਜੀ ਕਹਿੰਦੇ ਸੀਗੇ ਤੇ ਸਾਡੇ ਢੋਲ ਨਗਾਰਿਆਂ ਦੀ ਆਵਾਜ਼ ਸਾਡੀ ਇਬਾਦਤ ਵਿੱਚ ਵਿਘਨ ਪਾਉਂਦੀ ਹੈ। ਤੇ ਉਸ 11ਵੀਂ ਵਾਲੀ ਸਰਕਾਰ ਨੇ ਬਚਨ ਕੀਤੇ ਸੀਗੇ ਕਿ ਲੱਖ ਦੱਤਾ ਦੀਆਂ ਸੁਖਨਾ ਅਸੀਂ ਪੂਰੀਆਂ ਕਰਾਂਗੇ। ਹਾਂਜੀ ਸੰਗਤ ਜੀ ਤੇ ਉਸ ਵੇਲੇ ਤੋਂ ਲੱਖ ਦੱਤਾ ਦੀਆਂ ਸੁਖਨਾ 11ਵੀਂ ਵਾਲੀ ਸਰਕਾਰ ਪੂਰੀ ਕਰਦੀ ਹੈ ਤੇ ਲੱਖਾਂ ਦਾਤੇ ਦੀ ਗੋੜੇ ਚੂਰਮਾ ਚੜ੍ਹਦਾ ਹੈ ਤੇ 11ਵੀਂ ਵਾਲੀ ਸਰਕਾਰ ਦੀ ਨਿਆਜ਼ ਚੜ੍ਹਾਈ ਜਾਂਦੀ ਹੈ। ਕਿਸੇ ਵਲੀ ਦੀ ਸ਼ਾਨ ਯਾਰੋ ਗੌਸ ਪਾਕ ਤੋਂ ਉੱਤੇ, ਕਿਸੇ ਵਲੀ ਦੀ ਸ਼ਾਨ ਯਾਰੋ ਗੌਸ ਪਾਕ ਤੋਂ ਉੱਤੇ, ਡਰਦੇ ਆਏ ਫਕੀਰਾਂ ਨੂੰ ਨਹੀਂ ਲਾਉਂਦਾ ਲਾਰੇ ਬੁੱਤੇ। ਆਜੋ ਸੰਗਤ ਜੀ ਤੁਹਾਨੂੰ ਦਿਖਾਉਂਦੇ ਆ ਇਹ ਬਹੁਤ ਸੋਹਣਾ ਦ੍ਰਿਸ਼ ਜੋ ਕਿ ਉਹ ਦੇਖੋ ਉੱਥੇ ਭੀਮ ਦਾ ਗੋਡਾ ਮਾਰ ਕੇ ਪਾਣੀ ਕੱਢਿਆ ਹੋਇਆ ਆ ਉਹ ਜੋ ਵੀ ਤੁਸੀਂ ਦੇਖ ਰਹੇ ਆ ਥੱਲੇ। ਇੱਥੇ ਪਹਿਲਾਂ ਸੁਣਦੇ ਆ ਕਿ ਭੀਮ ਨੇ ਗੋਡਾ ਮਾਰ ਕੇ ਪਾਣੀ ਕੱਢਿਆ ਸੀ ਤੇ ਲੋਕੀ ਇਹਨੂੰ ਬਹੁਤ ਦੇਖਣ ਆਉਂਦੇ ਆ ਲੇਕਿਨ ਥੱਲੇ ਬਹੁਤ ਡੂੰਘਾਈ ਆ ਇਸ ਕਰਕੇ ਥੱਲੇ ਜਾਇਆ ਨਹੀਂ ਜਾਂਦਾ
ਤੇ ਬਹੁਤ ਹੀ ਉਹ ਪਾਣੀ ਨਾ ਹੀ ਘਟਦਾ ਆ ਤੇ ਨਾ ਹੀ ਵੱਧਦਾ ਆ। ਦੇਖੋ ਜੀ। ਸੰਗਤ ਜੀ, ਅਸੀਂ ਆਪਣੇ ਸਫ਼ਰ ਨੂੰ ਜਾਰੀ ਰੱਖਦੇ ਹੋਏ ਅਸੀਂ ਹੁਣ ਪਹੁੰਚ ਜਾ ਰਹੇ ਹਾਂ ਅੱਗੇ ਰਾਜਾ ਭਾਦਰੀ ਜੀ, ਜੋ ਕਿ
ਸਾਡੇ ਡਗਣਾ ਡੰਗੇ ਡੋਲ ਬਾਬੇ ਦਾ ਡੰਗੇ ਡੋਲ ਬਾਬੇ ਦਾ ਬਮ 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 ਲਹਿਰੀ ਮੈਂ ਅਕੜ ਬਮ 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 ਲਹਿਰੀ ਬਮ 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 ਲਹਿਰੀ ਬੋਲੇ ਸਦਾ ਸੇ ਵਤਨ ਕਰੇ ਬੋਲੇ ਮਹਾਦੇਵ ਵਤਨ ਕਰੇ ਵਾ ਰਾਜਾ ਕੀ ਰਾਜਕੁਮਾਰੀ ਵਾ ਰਾਜਾ ਕੀ ਰਾਜਕੁਮਾਰੀ ਸਰਪਲ ਗੋਟੇ ਆਲਾ ਸਰਪਲ ਗੋਟੇ ਆਲਾ भांगर गड़कै पिया करूं मैं भांगर गड़कै पिया करूं मैं भांगर गड़कै पिया करूं ओए टूटी छोटे आला दिया जवाब चला जा दिया जवाब चला जा बोले ब्राह्मण वचन करे बोले महादेव वचन करे बोले सदाशिव वचन करे बोले महादेव वचन करे कणक टोल का भोजन कणक टोल का भोजन नीलकंठ का भोजन नीलकंठ का भोजन ओ मेरा खाना भंगत मेरा खाना भंगत मैं भी खाऊं मेरा खावे ना दिया मैं भी खाऊं नगर तो आए सारे नौजवान मोटर खड़े ना दे आ लो जी आ बबलू है ताश खेलते आ इंदर किधर खेलते चाचा है चाचा किथे खेलते खूही ते अरे कहना क्या चाहते हो इधर आके टेलर साहब जी हेलो उसे हाँ लो जी लंगर का भी अभी आप ही प्रबंध किया सारा मुंडे कहते अपने लेके जाना वा कोरोना टाइम चलता कहते अपना खाना पीना वांटी संजय मन्ना कार्तिक बाई साडा आया इधर सोनू गुरु जी आ लो जी रोटियां कहते पक रही वा देख लो पूरे इधर कहते नाल कहते दाल वा दाल क्या सब्जी आलू ते नाल तरी आलू तरी कहते चल भाई कुछ ज्यादा नहीं हो गया मतलब कुछ भी और देख लो जी सारा है बढ़िया है थोड़ी मिर्चियां ਵਿੱਚ बड़ी ਮੁੰਡੇ ਲੱਗੇ ਹੋ ਸੇਵਾ ਤੇ ਪੂਰੇ ਜੋਰਾਂ ਸ਼ੋਰਾਂ ਤੇ ਕੌਣੇ ਵੀਡੀਓ ਕਾਲ ਕਰਨਾ ਕਿਸੇ ਨੂੰ ਕੰਮ ਵੀਡੀਓ ਕਾਲ ਕਿੱਥੇ ਆ ਵੀਰਾ ਹਾਂ ਇੱਧਰ ਕਰ ਫੇ ਜਰਾ ਹਾਂਜੀ ਆ ਰੋਟੀਆਂ ਨਾਲ ਵਗੈਰਾ ਘਰ ਵਾਲੀ ਤੁਹਾਡਾ ਸਾਨੂੰ ਕੋਈ ਡਰ ਨਹੀਂ ਆਪੇ ਲਾਵਾਂਗੇ ਪਕਾ तो कौन सा तीर मारा ऐसा कौन सा एहसान किया ਕੰਮ ਪੂਰਾ ਲੋਟ ਹੈ ਕੰਮ ਪੂਰਾ ਦਵਾ ਦੋ ਅੱਛੀ ਚੱਲਦੀ ਕੰਮ ਸੋਹਣੀਆਂ ਸੁੰਦਰ ਪਹਾੜੀਆਂ ਨੇ ਮੇਰੇ ਬਾਬੇ ਦੀਆਂ ਸੋਹਣੀਆਂ ਸੁੰਦਰ ਪਹਾੜੀਆਂ ਨੇ ਲੋ ਸੰਗਤ ਜੀ ਪਹੁੰਚ ਗਏ ਆ ਅਸੀਂ ਗੁਰੂਨਾ ਝਾੜੀ ਜਿੱਥੇ ਬਾਬਾ ਜੀ ਨੇ ਤਪੱਸਿਆ ਕੀਤੀ ਗਊਆਂ ਚਾਰੀਆਂ ਹਾਂਜੀ ਉਹ ਤੁਹਾਨੂੰ ਦਿਖਾਲਦੇ ਆ ਇਹ ਸਾਰਾ ਜੋ ਵੀ ਦ੍ਰਿਸ਼ ਮੰਦਰ ਦਾ ਇੱਥੇ ਬਾਬਾ ਜੀ ਨੇ ਧੂਣਾ ਤਮਾਇਆ ਤੇ ਤਪੱਸਿਆ ਕੀਤੀ ਉਹਨਾਂ ਨੇ ਤੇ 12 ਸਾਲ ਬਾਬਾ ਜੀ ਨੇ ਮਾਤਾ ਰਤਨੋ ਜੀ ਦੀਆਂ ਗਊਆਂ ਚਾਰੀਆਂ ਤੇ ਇਹ ਸੰਗਤ ਜੀ ਆ ਇੱਥੇ ਗੁਰੂਨਾ ਆ ਵੈਸੇ ਗੁਰੂਨਾ ਜਿਸ ਨੂੰ ਕਹਿੰਦੇ ਆ ਇਹ ਸੰਗਤ ਜੀ ਗੁਰੂਨਾ ਜਿੱਥੇ ਸੰਗਤ
ਇੱਕ ਮੌਲੀ ਲੈਂਦੇ ਆ ਇੱਥੋਂ ਤੇ ਆਪਣੀ ਸੁੱਖਾਂ ਲਈ ਉੱਥੇ ਬੰਨ੍ਹਦੇ ਆ। ਇੱਥੇ ਜੋ ਵੀ ਕਹਿੰਦੇ ਨੇ ਸ਼ਰਧਾ ਨਾਲ ਆਪਣੇ ਬੰਨ੍ਹਦੇ ਆ ਤੇ ਉਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਆ। ਤੇ ਹਾਂਜੀ ਸੰਗਤ ਜੀ, ਆਜੋ ਤੁਹਾਨੂੰ ਅੰਦਰ ਵੀ ਬਾਬਾ ਜੀ ਦਾ ਅੰਦਰ ਦਰਬਾਰ ਦਿਖਾਲਦੇ ਆ। ਉਹਨਾਂ ਲੋਕਾਂ ਨੇ ਮਾਤਾ ਰਤਨੋ ਨੂੰ ਬੜੇ ਮਾੜੇ ਚੰਗੇ ਬੋਲ ਬੋਲੇ। ਮਾਤਾ ਰਤਨੋ ਨੇ ਘਰਾਂ ਆ ਕੇ ਦੂਧਾ ਧਾਰੀ ਨੂੰ ਆਖਿਆ ਕਿ ਪੌਣਾ ਹਾਰੀਆ, ਅੱਜ ਤੇ ਮੇਰੀ ਬੇਇੱਜ਼ਤੀ ਕਰਵਾ ਦਿੱਤੀ। ਅੱਜ ਮੈਨੂੰ ਲੋਕਾਂ ਨੇ ਥਾਣੇ 'ਚ ਬੁਲਾਇਆ, ਬਹੁਤ ਮਾੜੇ ਚੰਗੇ ਬੋਲ ਬੋਲੇ। ਉਹ ਪੌਣਾ ਹਾਰੀਆ, ਮੈਂ ਤੈਨੂੰ 12 ਸਾਲ ਲੱਸੀਆਂ ਪਿਆਈਆਂ, ਤੈਨੂੰ 12 ਸਾਲ ਰੋਟੀਆਂ ਖਵਾਈਆਂ, ਤੂੰ ਮੇਰੀ ਸੇਵਾ ਦਾ ਮੈਨੂੰ ਆਸਰਾ ਦਿੱਤਾ। ਮੈਂ ਹਾਂ ਸ਼ਿਵ ਦਾ ਪੁਜਾਰੀ, ਮਾਤਾ ਜਾਣੇ ਸਾਰਾ ਜੱਗ। ਮੈਂ ਹਾਂ ਸ਼ਿਵ ਦਾ ਪੁਜਾਰੀ, ਮਾਤਾ ਜਾਣੇ ਸਾਰਾ ਜੱਗ। ਹੋ ਮੇਰਾ ਕੀਤਾ ਅਪਮਾਨ, ਐਵੇਂ ਲੋਕਾਂ ਪਿੱਛੇ ਲੱਗ। ਮੇਰਾ ਕੀਤਾ ਅਪਮਾਨ, ਐਵੇਂ ਲੋਕਾਂ ਪਿੱਛੇ ਲੱਗ। ਮੈਂ ਹਾਂ ਸ਼ਿਵ ਦਾ ਪੁਜਾਰੀ, ਮਾਤਾ ਜਾਣੇ ਸਾਰਾ ਜੱਗ। ਮੇਰਾ ਕੀਤਾ ਅਪਮਾਨ, ਐਵੇਂ ਲੋਕਾਂ ਪਿੱਛੇ ਲੱਗ। ਮੇਰਾ ਕੀਤਾ ਅਪਮਾਨ, ਐਵੇਂ ਲੋਕਾਂ ਪਿੱਛੇ ਲੱਗ। ਖੇਤ ਹਰੇ ਭਰੇ ਸਾਰੇ, ਖੇਤ ਹਰੇ ਭਰੇ ਸਾਰੇ, ਜੱਗ ਝੂਠ ਮਾਰਦਾ ਗਏ ਗਊਆਂ ਰਤਨੋ ਮਈਆ ਦੀਆਂ। ਜੋਗੀ ਚਾਰਦਾ ਜੀ ਗਊਆਂ ਰਤਨੋ ਮਈਆ ਦੀਆਂ। ਜੋਗੀ ਚਾਰਦਾ ਜੀ ਗਊਆਂ ਰਤਨੋ ਮਈਆ ਦੀਆਂ। ਪੌਣਾ ਹਾਰੀ बोल सच्चे दरबार की जय। हो तेरा है जमाना सारा जानदा, तेरा मेरा प्यार है तो राणा जोगिया है जमाना सारा जानदा। जमाना सारा जानदा, जमाना सारा जानदा, मेरा प्यार है तो राणा जोगिया है जमाना सारा जानदा। तेरा मेरा प्यार है तो राणा जोगिया है जमाना सारा जानदा। जोगी नाल पा लिया, माई जी ने प्यार जोगी नाल पा लिया। जोगी नाल पा लिया जी, जोगी नाल पा लिया। जोगी नाल पा लिया जी, जोगी नाल पा लिया। जमाना सारा जानदा, मेरा मेरा प्यार है तो राणा जोगिया जमाना सारा जानदा। मेरा प्यार है तो राणा जोगिया जमाना सारा जानदा। तेरा मेरा प्यार है तो राणा जोगिया जमाना सारा जानदा। तेरा मेरा प्यार है तो राणा जोगिया जमाना सारा जानदा। तेरा मेरा प्यार है तो राणा जोगिया जमाना सारा जानदा। सारा जानदा, जमाना सारा जानदा, जमाना सारा जानदा, जमाना सारा जानदा। तेरा मेरा प्यार है तो राणा जोगिया जमाना सारा जानदा। तेरा मेरा प्यार है तो राणा जोगिया जमाना सारा जानदा। जोगी नाल प्यार सारे भगतां ने भी पा लिया। जोगी नाल प्यार सारे भगतां ने भी पा लिया। भगतां ने भी पा लिया, भगतां ने भी पा लिया जी, भगतां ने भी पा लिया। वोट परेशान था, वोट लगाया जोगी ने जमाना सारा जानदा। तेरा प्यार है तो राणा जोगिया जमाना सारा जानदा। तेरा मेरा प्यार है तो राणा जोगिया जमाना सारा जानदा। तेरा मेरा प्यार है तो राणा जोगिया जमाना सारा जानदा। पुनारी दा बोल सच्चे दरबार की जय। बोल सच्चे दरबार की जय। ਬਾਬਾ ਬਾਲਕ ਨਾਥ ਜੀ ਜੋ ਕਿ 12 ਘੜੀਆਂ ਦਾ ਆਪਣਾ ਹਿਸਾਬ ਪੂਰਾ ਕਰਨਾ ਸੀ ਮਾਤਾ ਰਤਨੋ ਜੀ ਦੇ ਘਰ। ਉਹਨਾਂ ਨੇ ਪਹਿਲਾਂ ਪਿਛਲੇ ਜਨਮ ਵਿੱਚ 12 ਘੜੀਆਂ ਮਾਤਾ ਰਤਨੋ ਜੀ ਦੇ ਘਰ ਬਿਤਾਈਆਂ ਸੀ ਤੇ ਉਹੀ ਹਿਸਾਬ ਕਰਨ ਕਲਯੁਗ ਦੇ ਵਿੱਚ ਮਾਤਾ ਰਤਨੋ ਜੀ ਦੇ ਘਰ ਆਏ ਸੀਗੇ ਬਾਬਾ ਜੀ। 12 ਸਾਲ ਗਊਆਂ ਚਰਾਈਆਂ ਉਹਨਾਂ ਨੇ ਤੇ ਉਹਨਾਂ ਦਾ ਧਰਮ ਦਾ ਪੁੱਤਰ ਬਣੇ ਸੀ ਤੇ ਬਾਬਾ ਬਾਲਕ ਨਾਥ ਜੀ ਗਊਆਂ ਚਰਾਇਆ ਕਰਦੇ ਸੀ ਉਹਨਾਂ ਦੀਆਂ।
ਤੇ ਉਹਨਾਂ ਦੀ ਮੁਲਾਕਾਤ ਇਸ ਜਿਸ ਤਰ੍ਹਾਂ ਗੋਰਖਨਾਥ ਜੀ ਉਹਨਾਂ ਨਾਲ ਹੋਈ, ਤੇ ਜੋ ਕਿ ਗੋਰਖਨਾਥ ਜੀ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਪਿੰਡ ਦੇ ਵਿੱਚ ਕੋਈ ਬਾਲਕ ਹੈ ਜੋ ਬੜਾ ਰਿੱਧੀ ਸਿੱਧੀ ਦਾ ਹੈ, ਤੇ ਉਹ ਉਹਨਾਂ ਨੂੰ ਧੱਕੇ ਨਾਲ ਆਪਣਾ ਚੇਲਾ ਬਣਾਉਣਾ ਚਾਹੁੰਦਾ ਸੀ। ਤੇ ਇਹ ਸੰਗਤ ਜੀ ਉਹੀ ਜਗ੍ਹਾ ਆ ਇੱਥੇ ਗਰੂਨਾ ਝਾੜੀ, ਜਿੱਥੇ ਬਾਬਾ ਜੀ ਆਪਣੀ ਧੂਣੇ ਧਮਾਕੇ ਤੇ ਸ਼ਿਵ ਭੋਲੇ ਦੀ ਆਰਾਧਨਾ ਕਰਿਆ ਕਰਦੇ ਸੀ। ਇੱਕ ਐਸਾ ਕਮਾਲ ਵਿਖਾਇਆ, ਸੰਗਤ ਜੀ ਐਸਾ ਕ੍ਰਿਸ਼ਮਾ ਵਿਖਾਇਆ ਕਿ ਚੁਗਦੀਆਂ ਗਊਆਂ ਨੇ ਜੱਟਾਂ ਦੀਆਂ ਫਸਲਾਂ ਉਜਾੜ ਦਿੱਤੀਆਂ। ਆਪ ਬੈਠਾ ਬੋੜ ਥੱਲੇ ਹੋ ਕੇ ਨਾਮ ਚ ਨਿਹਾਲ, ਆਪ ਬੈਠਾ ਬੋੜ ਥੱਲੇ ਹੋ ਕੇ ਨਾਮ ਚ ਨਿਹਾਲ। ਇੱਕ ਗਊਆਂ ਨੇ ਉਜਾੜੇ, ਇੱਕ ਇਹ ਸੀ ਕਮਾਲ। ਭੇਦ ਜਾਣਦਾ ਨਾ ਕੋਈ, ਭੇਦ ਜਾਣਦਾ ਨਾ ਕੋਈ, ਮੇਰੀ ਸਰਕਾਰ ਦਾ ਗਊਆਂ ਰਤਨੋ ਮਈਆ ਦੀਆਂ, ਜੋਗੀ ਚਾਰਦਾ ਜੀ ਗਊਆਂ ਰਤਨੋ ਮਈਆ ਦੀਆਂ, ਜੋਗੀ ਚਾਰਦਾ ਜੀ ਗਊਆਂ ਰਤਨੋ ਮਈਆ। ਉਹ ਪੌਣਾ ਹਾਰੀ ਵੀ ਚਾਰਦਾ। ਉਹਨਾਂ ਲੋਕਾਂ ਨੇ ਥਾਣੇ ਦੇ ਵਿੱਚ ਰਬੜ ਲਿਖਾਈ। ਲੋ ਸੰਗਤ ਜੀ, ਅਸੀਂ ਪਹੁੰਚ ਗਏ ਆ ਜਿੱਥੇ ਬਾਬਾ ਜੀ ਨੇ ਮਾਤਾ ਰਤਨੋ ਜੀ ਦੀਆਂ ਰੋਟੀਆਂ ਲੱਸੀਆਂ ਕੱਢ ਕੇ ਦਿਖਾਈਆਂ ਸੀ। ਤੇ ਹਾਂਜੀ, ਇਹ ਉਹ ਜਗ੍ਹਾ ਆ ਜੀ। ਉਹਦੀਆਂ ਗਊਆਂ ਨੇ ਸਾਡੀਆਂ ਫਸਲਾਂ ਉਜਾੜ ਦਿੱਤੀਆਂ, ਤੇ ਏਦਾਂ ਦਾ ਪੁੱਤਰ ਹੈ ਤੇਰਾ। ਮਾਤਾ ਰਤਨੋ ਨੂੰ ਜਦੋਂ ਵਿੱਚ ਥਾਣੇ ਤੇ ਬੁਲਾਇਆ। ਸੰਗਤ ਜੀ, ਇੱਥੇ ਬਾਬਾ ਜੀ ਨੇ ਇੱਕ ਖੇਡ ਰਚਾਇਆ ਸੀ, ਜਿਸ ਵੇਲੇ ਬਾਬਾ ਜੀ 12 ਸਾਲ ਪੂਰੇ ਹੋਏ ਸੀ, ਤੇ ਮਾਤਾ ਜੀ ਨੇ ਅੱਗੇ ਉਹਨਾਂ ਨੇ ਇੱਕ ਖੇਡ ਰਚਾਇਆ ਜੋ ਕਿ ਜੱਟਾਂ ਦੀਆਂ ਫਸਲਾਂ ਉਹਨਾਂ ਦੀਆਂ ਗਊਆਂ ਚਰਾ ਗਈਆਂ। ਤੇ ਉਸ ਵੇਲੇ ਜੱਟਾਂ ਦੇ ਮਗਰ ਲੱਗੇ ਰਤਨੋ ਮਾਤਾ ਜੀ ਨੇ ਬਾਬਾ ਜੀ ਨੂੰ ਬੜੇ ਚੰਗੇ ਮੰਗੇ ਬੋਲ ਬੋਲੇ, ਤੇ ਬਾਬਾ ਜੀ ਨੇ ਫਿਰ ਇੱਥੇ ਇੱਕ ਖੇਡ ਰਚਾਈ। ਤੇ ਇਹ ਉਹੀ ਜਗ੍ਹਾ ਆ ਜਿੱਥੇ ਮਾਤਾ ਜੀ ਨੇ ਮਿਹਣਾ ਮਾਰਿਆ ਸੀਗਾ ਬਾਬਾ ਜੀ ਨੂੰ ਕਿ ਤੁਹਾਨੂੰ ਮੈਂ 12 ਸਾਲ ਲੱਸੀ ਤੇ ਰੋਟੀਆਂ ਖਵਾਈਆਂ, ਤੇ ਤੁਸੀਂ ਮੈਨੂੰ ਪੰਚਾਇਤ ਦੇ ਵਿੱਚ ਇਹ ਦਿਨ ਦਿਖਾਏ। ਬਾਬਾ ਜੀ ਨੇ ਫਿਰ ਉਹਨਾਂ ਨੂੰ ਇੱਥੇ 12 ਸਾਲ ਦੀਆਂ ਜਿੰਨੀ ਵੀ ਰੋਟੀਆਂ ਲੱਸੀ ਸਾਰੀ ਕੱਢ ਕੇ ਦਿਖਾਈ ਸੀ ਆਪਣੀ ਸ਼ਕਤੀ ਨਾਲ। ਤੇ ਸੰਗਤ ਜੀ, ਬਾਬਾ ਜੀ ਬਾਅਦ ਵਿੱਚ ਫਿਰ ਇਹਨਾਂ ਮਾਤਾ ਰਤਨੋ ਜੀ ਨੂੰ ਅਲਵਿਦਾ ਕਹਿ ਕੇ ਤੇ ਮੋੜ ਤੇ ਸਵਾਰ ਹੋ ਕੇ ਦਿਉੜ ਗੁਫਾ ਵੱਲ ਉਹ ਚਲੇ ਗਏ।
ਸੰਗਤ ਜੀ ਆਪਾਂ ਪਹੁੰਚ ਗਏ ਆ ਆਪਣੀ ਮੰਜ਼ਿਲ ਤੇ, ਜੋ ਕਿ ਸਿੱਧ ਬਾਬਾ ਬਾਲਕ ਨਾਥ ਜੀ। ਲਓ ਜੀ ਸੰਗਤ ਜੀ, ਅਸੀਂ ਬਾਬਾ ਜੀ ਦੇ ਦਰਬਾਰ ਤੋਂ ਆਪਣਾ ਮੱਥਾ ਟੇਕ ਕੇ ਸਾਰੀ ਸੰਗਤ ਹੁਣ ਅਸੀਂ ਅੱਗੇ ਵੱਲ ਚੱਲਦੇ ਹਾਂ। ਥੋੜਾ ਜਿਹਾ ਉੱਤੋਂ ਥੋੜੀ ਕਿ ਦੂਰ ਇੱਕ ਮੰਦਿਰ ਹੈ ਜੋ ਸਿੱਧ ਚਰਨੋਬਲੀ ਜੀ ਦਾ ਇਹ ਮੰਦਿਰ ਹੈ। ਸਿੱਧ ਚਰਨੋਬਲੀ ਜੀ ਜੋ ਕਿ 3 ਭਰਾ ਹੋਏ ਨੇ, ਜੋ ਕਿ ਸਭ ਤੋਂ ਛੋਟੇ ਸੀ ਤੇ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸੀ। ਇਹਨਾਂ ਨੂੰ ਸ਼ਿਵ ਭੋਲੇ ਮਹਾਰਾਜ ਜੀ ਦਾ ਵਰਦਾਨ ਸੀਗਾ ਤੇ ਇਹਨਾਂ ਦਾ ਪੈਰ ਧਰਤੀ ਤੇ ਸਿਰ ਦੀ ਬੋਦੀ ਆਸਮਾਨ ਦੇ ਵਿੱਚ ਹੋਏਗੀ ਤੇ ਸਾਰਾ ਆਕਾਸ਼ ਇਹਨਾਂ ਨੇ ਰੁਕਿਆ ਹੋਇਆ ਸੀ। ਤੇ ਜਿਸ ਵੇਲੇ ਕ੍ਰਿਸ਼ਨ ਮਹਾਰਾਜ ਜੀ ਦੇ ਸਮੇਂ ਕੰਸ ਨੇ ਚਰਨੋ ਜੀ ਨੂੰ ਆਪਣੇ ਝਾਂਸੇ 'ਚ ਵਸਾ ਕੇ ਆਪਣੇ ਨਾਲ ਮਿਲਾ ਲਿਆ ਤੇ ਕ੍ਰਿਸ਼ਨ ਮਹਾਰਾਜ ਜੀ ਨਾਲ ਇਹਨਾਂ ਦਾ ਘੋਲ ਹੋਇਆ
ਤੇ ਕ੍ਰਿਸ਼ਨ ਮਹਾਰਾਜ ਜੀ ਨਾਲ ਇਹਨਾਂ ਦਾ ਕੋਲ ਪੂਰੇ 22 ਦਿਨ ਚੱਲਿਆ। ਤੇ ਸੰਗਤ ਜੀ ਜਿਸ ਵੇਲੇ ਕ੍ਰਿਸ਼ਨ ਮਹਾਰਾਜ ਜੀ ਨੇ ਸੋਚਿਆ ਵੀ ਕੌਣ ਹੈ ਉਹਨਾਂ ਨੂੰ ਨਹੀਂ ਸੀ ਪਤਾ, ਤੇ ਜਿਸ ਵੇਲੇ ਉਹ ਗਏ ਸ਼ਿਵਜੀ ਮਹਾਰਾਜ ਜੀ ਕੋਲ ਉਹਨਾਂ ਨੇ ਉਹਨਾਂ ਨੂੰ ਦੱਸਣ ਦਾ ਮਨਾ ਕਰ ਦਿੱਤਾ। ਤੇ ਕ੍ਰਿਸ਼ਨ ਮਹਾਰਾਜ ਜੀ ਨੇ ਉਹਨਾਂ ਦੀ ਘਰ ਵਾਲੀ ਨੂੰ ਝਾਂਸੇ ਵਿੱਚ ਲੈ ਕੇ ਉਹਨਾਂ ਤੋਂ ਇਹ ਛਲ ਕਰਕੇ ਪਤਾ ਕੀਤਾ ਕਿ ਚਰਨੋਬਲੀ ਜੀ ਕੌਣ ਹੈ। ਉਹਨਾਂ ਨੇ ਘਰ ਵਾਲੀ ਨੇ ਉਹਨਾਂ ਨੂੰ ਉਹਨਾਂ ਦਾ ਭੇਤ ਦਿੱਤਾ ਤੇ ਉਹਨਾਂ ਨੇ ਦੱਸਿਆ ਕਿ ਸ਼ਿਵਜੀ ਮਹਾਰਾਜ ਜੀ ਦਾ ਇਹਨਾਂ ਨੂੰ ਵਰਦਾਨ ਹੈ, ਇਹ ਕਦੇ ਵੀ ਹਾਰ ਨਹੀਂ ਸਕਦੇ ਤੇ ਇਹਨਾਂ ਦੇ ਪੈਰ ਧਰਤੀ ਦੇ ਵਿੱਚ ਹੈ ਤੇ ਆਸਮਾਨ ਦੇ ਵਿੱਚ ਇਹਨਾਂ ਦਾ ਬੁੱਧੀ ਹੈ। ਮਹਾਰਾਜ ਜੀ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਕੀੜੀਆਂ ਛੱਡ ਦਿੱਤੀਆਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੇਰੇ ਨਾਲ ਛਲ ਹੋ ਰਿਹਾ ਹੈ ਚਰਨੋਬਲੀ ਜੀ ਨੂੰ, ਤੇ ਉਹਨਾਂ ਨੇ ਮੁਰਗੇ ਮੁਰਗੀਆਂ ਛੱਡ ਦਿੱਤੀਆਂ ਤੇ ਉਹ ਕੀੜੀਆਂ ਨੂੰ ਜੋ ਵੀ ਖਾਣ ਲੱਗੇ। ਤੇ ਇਸੇ ਕਰਕੇ ਚਰਨੋਬਲੀ ਜੀ ਦੇ ਉੱਥੇ ਮੁਰਗੇ ਚੜਾਏ ਜਾਂਦੇ, ਉਹਨਾਂ ਦੇ ਸੇਵਾਦਾਰ ਮੰਨੇ ਜਾਂਦੇ ਨੇ। ਤੇ ਬਾਅਦ ਵਿੱਚ ਬਲੀ ਜੀ ਨੇ ਆਪਣਾ ਆਤਮ ਸਮਰਪਣ ਕਰ ਦਿੱਤਾ ਕ੍ਰਿਸ਼ਨ ਮਹਾਰਾਜ ਜੀ ਅੱਗੇ ਤੇ ਘੁਟਨੇ ਟੇਕ ਦਿੱਤੇ ਤੇ ਉਹਨਾਂ ਨੇ ਆਪਣੀ ਹਾਰ ਸਵੀਕਾਰ ਕਰ ਲਈ। ਤੇ ਕ੍ਰਿਸ਼ਨ ਮਹਾਰਾਜ ਜੀ ਨੇ ਉਹਨਾਂ ਨੂੰ ਫਿਰ ਬਾਅਦ 'ਚ ਵਰਦਾਨ ਦਿੱਤਾ ਸੀਗਾ ਕਿ ਤੁਹਾਡੀ ਕਲਯੁੱਗ ਦੇ ਵਿੱਚ ਪੂਜਾ ਹੋਵੇਗੀ ਤੇ ਤੁਸੀਂ ਸਿੱਧ ਚਰਨੋਬਲੀ ਅਖਵਾਓਗੇ ਤੇ ਤੁਸੀਂ ਥੜੇ ਵਾਲੀ ਸਰਕਾਰ ਵੀ ਕਹਾਓਗੇ। तुम्हें शर्म है? कुछ शर्म आया है? ले लो पुदीना। कौन है ये लोग? कहां से आते हैं ये? मार साले का खोपड़ी तोड़ साले। काजल, ये तूने क्या किया हमके बाद? काजल, तुम सिर्फ मेरी हो और किसी की नहीं हो सकती। अगर किसी ने इसको आकर उठाकर देखा, लाशें बिछा देंगे, लाशें। छोड़ो मुझे, किसी की नहीं हूँ मैं। काजल, मैं रामू काका की हूँ। अल्लाह माफ करे, बहुत मनुष्य लग रहे हो, मत करो, रहने दो, बहुत बुरे लग रहे हो। तौबा तौबा तौबा, थारा मूड खराब कर दिया। काजल, रामू काका। काजल, 8 साल का प्यार है, छोड़कर मत जाना काजल। काजल, मैं तुम पे ना मर जाऊंगा काजल। मजा आया, और मैं ये जो मजा है हिंदुस्तान के हर व्यक्ति को देना चाहता हूं। घोटा रे घोटा रे घोटा, मेरे भोले नला दिया घोटा। घोटा रे घोटा रे घोटा, मेरे भोले नला दिया घोटा। घोटा रे घोटा रे घोटा, मेरे भोले नला दिया घोटा। घोटा रे घोटा रे घोटा, मेरे भोले नला दिया घोटा।
ਚਲੋ ਹਾਸਾ ਮਜ਼ਾਕ ਵੀ ਹੋ ਗਿਆ। ਸੰਗਤ ਜੀ ਕਹਿੰਦੇ ਹੁੰਦੇ ਆ ਵੀ ਕਿਸੇ ਨੂੰ ਹੱਸਣਾ ਤੇ ਹਸਾਉਣਾ ਵੀ ਇੱਕ ਇਬਾਦਤ ਬਣ ਜਾਂਦਾ ਜਿਸ ਵੇਲੇ ਬੰਦੇ ਦੀ ਨੇਚਾ ਹੋਵੇ। ਤੇ ਇਸ ਵੇਲੇ ਅਸੀਂ ਹਾਸਾ ਮਜ਼ਾਕ ਤਾਂ ਜ਼ਰੂਰ ਕਰਦੇ, ਲੇਕਿਨ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦੇ। ਲੋ ਜੀ ਸੰਗਤ ਜੀ, ਅਸੀਂ ਪਹੁੰਚ ਗਏ ਹਾਂ ਸ਼ਿਵਬੋੜੀ। ਸਾਡਾ ਹੁਣ ਸਫ਼ਰ ਪਿੱਛੇ ਨੂੰ ਘਰ ਵੱਲ ਨੂੰ ਵੱਧਦਾ ਹੋਇਆ ਤੇ ਅਸੀਂ ਮੱਥਾ ਟੇਕ ਕੇ ਅਸੀਂ ਆ ਗਏ ਹਾਂ ਸ਼ਿਵਬੋੜੀ, ਜਿੱਥੇ ਮਾਤਾ ਪਾਰਵਤੀ ਜੀ ਇਸ਼ਨਾਨ ਕਰਨ ਆਇਆ ਕਰਦੇ ਸੀ। ਤੇ ਹਾਂਜੀ ਸੰਗਤ ਜੀ, ਇੱਥੇ ਉਹੀ ਜਗ੍ਹਾ ਆ ਸ਼ਿਵਬੋੜੀ। ਸੰਗਤ ਜੀ, ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ, ਸਾਡਾ ਬੇ ਬਲੌਗ। ਤੇ ਇਸੇ ਤਰ੍ਹਾਂ ਸਾਨੂੰ ਸਪੋਰਟ ਕਰਿਓ ਤੇ ਤੁਹਾਡੇ ਸਪੋਰਟ ਕਰਕੇ ਹੀ ਅਸੀਂ ਦੂਸਰਾ ਬਲੌਗ ਵੀ ਲੈ ਕੇ ਆਵਾਂਗੇ ਜਲਦੀ। ਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਨਾ ਤੁਹਾਡੇ ਬੱਚੇ ਸਮਝ ਕੇ। ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣੇ ਦਾ। भाली उम्र से भक्ति कर, तुम्हें छोड़ के कहीं न जाऊं, तुम्हें छोड़ के कहीं न जाऊं। रात जो तेरे चरण दबाऊं, रात जो तेरे चरण दबाऊं, तुम्हें जो छोड़ूं तो मर जाऊं, तुम्हें जो छोड़ूं तो मर जाऊं। अगर बम 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 लहरी, अगर बम 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 लहरी, ओए अगर बम 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 लहरी, अगर बम 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 लहरी।